ਸੋ ਲਾਸਟ ਲੈਕਚਰ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਰਿਗਾਰਡਿੰਗ ਟੈਰੇਸ ਪਲਾਨ ਦੀ ਔਰ ਸਾਈਟ ਪਲਾਨ ਦੀ। ਇਸ ਤੋਂ ਪਹਿਲਾਂ ਆਪਾਂ ਟ੍ਰੈਂਚ ਪਲਾਨ ਵੀ ਕੰਪਲੀਟ ਕਰ ਲਿਆ ਹੈ। ਹੁਣ ਅਸੀਂ ਨੈਕਸਟ ਜਿਹੜਾ ਸਾਡਾ ਹੈਗਾ ਦੈਟ ਇਜ਼ ਗਰਾਊਂਡ ਫਲੋਰ ਪਲਾਨ। ਸੋ ਆਪਾਂ ਨੂੰ ਕੀ ਕਰਨਾ ਹੈ, ਆਪਾਂ ਗਰਾਊਂਡ ਫਲੋਰ ਪਲਾਨ ਦੇ ਵਿੱਚ ਡਾਇਮੈਂਸ਼ਨਿੰਗ ਕਰਨੀ ਹੈਗੀ ਹੈ ਔਰ ਓਪਨਿੰਗ ਜਿੱਥੇ ਜਿੱਥੇ ਹੈਗੀ ਉਹਨਾਂ ਦੇ ਸਾਈਜ਼ ਮੈਂਸ਼ਨ ਕਰਨੇ ਨੇ ਔਰ ਡੋਰ ਵਿੰਡੋ ਜਿਹੜਾ ਹੈਗੇ ਨੇ ਉਹਨਾਂ ਦੇ ਸਾਈਜ਼ਸ ਜਾਂ ਉਹਦਾ ਸ਼ਡਿਊਲ, ਉਹਦੀ ਨੰਬਰਿੰਗ ਉਹ ਮੈਂਸ਼ਨ ਕਰਨੀ ਹੈ ਆਪਾਂ ਨਾਲ। ਠੀਕ ਹੈ, ਸੋ ਇਹ ਕੰਪੋਨੈਂਟਸ ਹੈ ਇੱਕ ਵਰਕਿੰਗ ਡਰਾਇੰਗ ਆਫ ਗਰਾਊਂਡ ਫਲੋਰ ਪਲਾਨ ਔਰ ਲੈਵਲਸ ਵਗੈਰਾ ਇਹਦੇ ਵਿੱਚ ਲਿਖਣੇ ਆ। ਠੀਕ ਹੈ, ਸੋ ਆਪਾਂ ਜੇ ਗਰਾਊਂਡ ਫਲੋਰ ਪਲਾਨ ਦੀ ਸਟਾਰਟ ਕਰੀਏ, ਆਪਾਂ ਜੇ ਮਾਡਲ ਸਪੇਸ 'ਚ ਆਪਾਂ ਜਾਂਦੇ ਹਾਂ ਤਾਂ ਆਪਾਂ ਇੱਕੋ ਡਰਾਇੰਗ ਦੇ ਵਿੱਚ ਕਈ ਕੁਝ ਬਣਾਇਆ ਹੋਇਆ ਹੈ। ਤੇ ਉਹਦੇ ਵਿੱਚ ਜਿਹੜੀਆਂ ਲੇਅਰਸ ਹੈ ਆਪਾਂ ਕੀ ਕਰਦੇ ਹਾਂ, ਜਾਂ ਤਾਂ ਇੱਥੇ ਹੀ ਆਫ ਕਰ ਲੈਂਦੇ ਹਾਂ ਔਰ ਜਾਂ ਫਿਰ ਆਪਾਂ ਕੀ ਕਰਦੇ ਹਾਂ, ਪੇਪਰ ਸਪੇਸ ਦੇ ਵਿੱਚ ਆ ਕੇ ਆਪਾਂ ਉਹ ਲੇਅਰਸ ਨੂੰ ਕਰੰਟ ਵਿਊ ਪੋਰਟ ਦੇ ਵਿੱਚ ਬੰਦ ਕਰ ਦਿੰਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਇਹਦੇ ਵਿੱਚ ਜੇ ਮੈਂ ਇੱਕ ਲੇਅਰ ਤੁਹਾਨੂੰ ਆਫ ਕਰਕੇ ਦਿਖਾਵਾਂ ਕੋਈ ਵੀ, ਫੋਰ ਐਗਜ਼ਾਮਪਲ ਮੈਨੂੰ ਟੈਕਸਟ ਨਹੀਂ ਚਾਹੀਦਾ ਹੁਣ, ਤਾਂ ਮੈਂ ਕੀ ਕਰਾਂਗਾ, ਜਿਹੜਾ ਟੈਕਸਟ ਦੀ ਲੇਅਰ ਹੈ ਇਹਨੂੰ ਕਰੰਟ ਵਿਊ ਪੋਰਟ ਦੇ ਵਿੱਚ ਬੰਦ ਕਰ ਦਾਂ। ਠੀਕ ਹੈ, ਲੇਅਰ ਦੇ ਵਿੱਚ ਟੈਕਸਟ ਦੇ ਵਿੱਚ ਆ ਕੇ, ਸੌਰੀ ਆਪਾਂ ਕੀ ਕਰਾਂਗੇ, ਟੈਕਸਟ ਦੀ ਲੇਅਰ ਨੂੰ ਕਰੰਟ ਵਿਊ ਪੋਰਟ ਦੇ ਵਿੱਚ ਬੰਦ ਕਰ ਦਾਂਗੇ। ਠੀਕ ਹੈ, ਉਹਦੇ ਨਾਲ ਸਾਡਾ ਟੈਕਸਟ ਬੰਦ ਹੋ ਜਾਏਗਾ। ਜੇ ਆਪਾਂ ਮਾਡਲ ਸਪੇਸ ਵਿੱਚ ਜਾ ਕੇ ਦੇਖੀਏ, ਸਾਡਾ ਅਜੇ ਵੀ ਟੈਕਸਟ ਜਾਂ ਹੋਰ ਬਾਕੀ ਸਾਰੀ ਲੇਅਰਸ ਅਵੇਲੇਬਲ ਹੈਗੀਆਂ। ਠੀਕ ਹੈ, ਸੋ ਇਹਦੇ ਵਿੱਚ ਕੀ ਕਰਦੇ ਹਾਂ, ਆਪਾਂ ਪੇਪਰ ਸਪੇਸ ਦੇ ਵਿੱਚ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਕਿਉਂਕਿ ਹੁਣ ਸਾਨੂੰ ਡਿਫਾਈਨਡ ਹੋ ਗਿਆ ਕਿ ਹਾਂ ਸਾਡਾ ਇਹੀ ਪਲਾਨ ਹੈਗਾ, ਆਪਾਂ ਇਹਦੇ ਉੱਤੇ ਵਰਕਆਊਟ ਕਰਨਾ ਹੈ। ਤੋ ਮਾਡਲ ਸਪੇਸ ਵੀ ਕਰ ਸਕਦੇ ਹਾਂ ਕੰਮ, ਬਟ ਇੱਥੇ ਥੋੜਾ ਜਿਹਾ ਜ਼ਿਆਦਾ ਸਹੀ ਤਰੀਕੇ ਨਾਲ ਮੈਨੇਜ ਹੋ ਜਾਂਦਾ। ਅਸੀਂ ਦੇਖ ਵੀ ਸਕਦੇ ਹਾਂ ਕਿ ਸਾਡਾ ਜਿਹੜਾ ਟੈਕਸਟ ਸਾਈਜ਼ ਹੈ ਉਹ ਕਿੰਨੇ ਅਵੇਲੇਬਲ ਹੈਗਾ, ਸਾਈਜ਼ ਉਹਦਾ ਉਹ ਵਿਜ਼ੀਬਲ ਹੋਏਗਾ ਕਿ ਨਹੀਂ ਹੋਏਗਾ ਪ੍ਰਿੰਟ ਦੇ ਵਿੱਚ। ਠੀਕ ਹੈ, ਸੋ ਆਪਾਂ ਕੀ ਕਰਦੇ ਹਾਂ, ਫਿਲਹਾਲ ਟੈਕਸਟ ਨੂੰ ਔਨ ਕਰਦੇ ਹਾਂ ਇਹਦੇ ਵਿੱਚ। ਔਰ ਹੁਣ ਆਪਾਂ ਇੱਕ ਨਾ ਨਵੀਂ ਲੇਅਰ ਬਣਾ ਦਿੰਦੇ ਹਾਂ ਡਾਇਮੈਂਸ਼ਨਸ ਦੀ। ਉਹਨੂੰ ਆਪਾਂ ਐਗਜ਼ੈਕਟਡ ਡਾਇਮੈਂਸ਼ਨਸ ਗਰਾਊਂਡ ਫਲੋਰ ਵਰਕਿੰਗ ਲਾਈਨ, ਜੋ ਵੀ ਤੁਸੀਂ ਦੇਣਾ ਚਾਹੋ ਇਹਦਾ ਐਗਜ਼ੈਕਟ ਆਪਣਾ ਨਾਮ ਵਗੈਰਾ, ਤੇ ਕੋਈ ਵੀ ਇਹਨੂੰ ਕਲਰ ਦੇ ਦਿਓ। ਠੀਕ ਹੈ, ਇਹਨੂੰ ਕਰੰਟ ਲੇਅਰ ਬਣਾ ਦਿੰਦੇ ਨਾਲ। ਹੁਣ ਆਪਾਂ ਡਾਇਮੈਂਸ਼ਨਿੰਗ ਕਰਨੀ ਹੈ। ਤੁਹਾਨੂੰ ਲਾਸਟ ਈਅਰ 'ਚ ਵੀ ਦੱਸਿਆ ਸੀ, ਆਪਾਂ ਡਾਇਮੈਂਸ਼ਨਿੰਗ ਕਰਨੀ ਹੈ ਮਿਨੀਮਾਈਜ਼ ਕਰਕੇ, ਘੱਟ ਤੋਂ ਘੱਟ ਡਾਇਮੈਂਸ਼ਨਿੰਗ ਦੇਣੀ ਹੈ ਤਾਂ ਕਿ ਸਾਡਾ ਜਿਹੜਾ ਕਲੈਸ਼ ਆਫ ਡਾਇਮੈਂਸ਼ਨਸ ਨਾ ਹੋਵੇ। ਠੀਕ ਹੈ, ਸੋ ਇਸ ਦੇ ਲਈ ਕੀ ਕਰਦੇ ਹਾਂ, ਮੰਨ ਲਓ ਇਸ ਬੈਡਰੂਮ ਦੀ ਡਾਇਮੈਂਸ਼ਨ ਦੇਣੀ ਹੈ, ਤੋ ਜੇ ਮੈਂ ਇੱਥੋਂ ਦੀ ਇੱਥੇ ਤੱਕ ਦੀ ਡਾਇਮੈਂਸ਼ਨ ਦੇਣਾ ਹੈ, ਠੀਕ ਹੈ, ਮੰਨ ਲਓ ਇਹ ਮੈਂ ਡਾਇਮੈਂਸ਼ਨ ਦੇਣਾ, ਤਾਂ ਇਹਦਾ ਕੋਈ ਫਾਇਦਾ ਨਹੀਂ ਹੈਗਾ ਡਾਇਮੈਂਸ਼ਨ ਦੇਣ ਦਾ। ਕਿਉਂ? ਕਿਉਂਕਿ ਮੈਂ ਗ੍ਰਿਡ ਦੇ ਸੈਂਟਰ ਲਾਈਨ ਦੀ ਡਾਇਮੈਂਸ਼ਨ ਪਹਿਲਾਂ ਹੀ ਦਿੱਤੀ ਹੋਈ ਹੈ। ਠੀਕ ਹੈ, ਸੋ ਉਹੀ ਚੀਜ਼ ਨੂੰ ਬਾਰ-ਬਾਰ ਰਿਪੀਟ ਕਰਨ ਦੇ ਨਾਲ ਕੋਈ ਖਾਸ ਫਾਇਦਾ ਨਹੀਂ ਹੁੰਦਾ। ਬੈਟਰ ਹੈ ਆਪਾਂ ਇਹੋ ਜਿਹੀਆਂ ਡਾਇਮੈਂਸ਼ਨ ਨੂੰ ਅਵੋਇਡ ਕਰੀਏ, ਔਰ ਉਹਦੇ ਨਾਲ ਸਾਡੀ ਵਰਕਿੰਗ ਡਰਾਇੰਗ ਦੇ ਵਿੱਚ ਡਾਇਮੈਂਸ਼ਨ ਵੀ ਘੱਟ ਆਉਣਗੀਆਂ ਔਰ ਜਿਹੜਾ ਕਲੈਰਿਟੀ ਵੀ ਵਧੀਆ ਹੋਏਗੀ। ਠੀਕ ਹੈ, ਹੁਣ ਆਪਾਂ ਜੇ ਆਹ ਡਾਇਮੈਂਸ਼ਨ ਦੀ ਗੱਲ ਕਰੀਏ ਕਿ ਸੇ ਇੱਥੋਂ ਦੀ ਲੈ ਕੇ ਇੱਥੇ ਤੱਕ ਦੀ ਇੱਕ ਡਾਇਮੈਂਸ਼ਨ ਦੇ ਦਿੰਦੇ ਆਪਾਂ, ਇਟ ਇਜ਼ ਵੈਲਿਡ, ਇਹਨੂੰ ਦੇ ਸਕਦੇ ਹਾਂ। ਬਟ ਇਹਦੇ ਵਿੱਚ ਵੀ ਜੇ ਆਪਾਂ ਦੇਖਿਆ ਜਾਵੇ, ਇਹਦਾ ਡੋਰ ਵਿੰਡੋ ਸ਼ਡਿਊਲ ਦੇ ਵਿੱਚ ਡਾਇਮੈਂਸ਼ਨ ਆ ਜਾਏਗੀ, ਸੋ ਜਿਹੜੀ ਬਾਕੀ ਬਚੀ ਹੈ ਤੁਹਾਨੂੰ ਕਲੈਰਿਟੀ ਹੋ ਜਾਏਗੀ। ਠੀਕ ਹੈ, ਸੋ ਇਹਦੀ ਇੱਕ ਡਾਇਮੈਂਸ਼ਨ ਦੇ ਦਈਏ ਤਾਂ ਸਾਡਾ ਸਾਰਾ ਹੀ ਸਰ ਜਾਂਦਾ ਹੈ। ਠੀਕ ਹੈ, ਸੋ ਸਭ ਤੋਂ ਸਹੀ ਤਰੀਕਾ ਹੈ ਕਿ ਆਪਾਂ ਇਹਦੀ ਇੱਕ ਡਾਇਮੈਂਸ਼ਨ ਦੇ ਦਈਏ, ਉਹ ਹੋਏਗੀ ਇੱਥੋਂ ਲੈ ਕੇ ਇੱਥੇ ਤੱਕ। ਠੀਕ ਹੈ, 11 feet 5 inches।
ਡਾਇਮੈਂਸ਼ਨ ਦਾ ਟੈਕਸਟ ਸਾਈਜ਼ ਵਗੈਰਾ ਆਪਾਂ ਐਡਜਸਟ ਕਰ ਸਕਦੇ ਹਾਂ ਆਪਣੇ ਲੈਵਲ ਤੇ। ਇਹ ਆਪਾਂ ਲਾਸਟ ਸਮੈਸਟਰ 'ਚ AutoCAD ਦੇ ਵਿੱਚ ਪੜ੍ਹਿਆ ਸੀਗਾ। ਟੈਕਸਟ ਸਾਈਜ਼ ਥੋੜੀ ਘਟਾ ਦਿੰਦੇ ਹਾਂ, 4.5 ਕਰ ਦਿੰਦੇ ਹਾਂ। ठीक है, इस बाथरूम ਦੇ ਵਿੱਚ ਵੀ ਦੇਖੋ ਆ ਦੋਨੋਂ ਗ੍ਰਿਡ ਲਾਈਨ ਲੱਗੀਆਂ ਹੋਈਆਂ, ਇਹਦੀ ਡਾਇਮੈਂਸ਼ਨ ਇਸ ਪਾਸੇ ਹੌਰੀਜ਼ੌਂਟਲ ਦੇਣ ਦੀ ਜ਼ਰੂਰਤ ਨਹੀਂ ਹੈਗੀ, ਇਸ ਪਾਸੇ ਦੇਣ ਦੀ ਜ਼ਰੂਰਤ ਹੈਗੀ ਹੈ। ਉਹਦੇ ਵਿੱਚ ਵੀ ਜੇ ਆਪਾਂ ਇੱਕ ਇਕੱਠੀ ਡਾਇਮੈਂਸ਼ਨ ਦੇ ਦਈਏ ਜਾਂ ਇੰਨੀ ਡਾਇਮੈਂਸ਼ਨ ਦੇ ਦਈਏ ਸਾਡਾ ਸਰ ਜਾਏਗਾ। ਸੋ ਬੈਟਰ ਹੈ ਕਿ ਆਪਾਂ ਇੱਕ ਪੂਰੀ ਡਾਇਮੈਂਸ਼ਨ ਇਹਦੀ ਦੇ ਦਈਏ। ਇਹਦਾ ਹੁਣ ਜਿੱਦਾਂ ਟੈਕਸਟ ਕਲੈਸ਼ ਕਰ ਰਿਹਾ ਹੈ, ਸੋ ਜਾਂ ਤਾਂ ਫਿਰ ਆਪਾਂ ਛੋਟੀ ਡਾਇਮੈਂਸ਼ਨ ਦੇ ਦਈਏ ਇਸ ਦੀ 6 ਫੀਟ ਆ ਰਹੀ ਹੈ, ਜਾਂ ਜੇ ਆਪਾਂ ਕਲੈਸ਼ ਨੂੰ ਰੋਕਣਾ ਹੈ ਆਪਾਂ ਉਹਦਾ ਟੈਕਸਟ ਜਿਹੜਾ ਹੈ ਉਹਨੂੰ ਮੂਵ ਕਰ ਸਕਦੇ ਹਾਂ। ਠੀਕ ਹੈ, इसे टेक्स्ट में भी मूव कर सकते हैं आप। ठीक है, और सेम चीज़ इस टॉयलेट की आ गई। इस टॉयलेट की डिमेंशन देने के लिए आई थिंक जो आ दीवार साड़ी इत्थे आ गई, उस तो बाद सानू क्लैरिटी हैगी कि इत्थों लैके इत्थे दा कितना डिस्टेंस है कॉलम टू कॉलम। सो यदि इस पासे डिमेंशन देने की भी जरूरत नहीं है, इस पासे डिमेंशन देने की भी जरूरत है। ठीक है, ये हैगा मिनिमाइज डायमेंशन देने। देन आप गल करिए एक सर्कुलर पार्ट मेरे को आ गया है, ये सर्कुलर का एक सेंटर होएगा, वो सेंटर सानू लोकेट करना पैना पहला। ठीक है, AutoCAD ਦੇ ਵਿੱਚ ਤਾਂ ਲੋਕੇਟ ਹੋ ਜਾਂਦਾ ਕਿ ਇਸ ਤਰੀਕੇ ਨਾਲ ਆ ਸੈਂਟਰ ਹੈਗਾ। ਠੀਕ ਹੈ, ਬਟ ਸਾਨੂੰ ਇਹਦੀ ਐਗਜ਼ੈਕਟ ਡਾਇਮੈਂਸ਼ਨ ਦੇਣੀਆਂ ਪੈਣੀਆਂ ਕਿ ਸੈਂਟਰ ਕਿੱਥੇ ਹੈਗਾ। ਆਪਾਂ ਗ੍ਰਿਡ ਤੋਂ ਉਹਦੀ ਡਾਇਮੈਂਸ਼ਨਿੰਗ ਦਵਾਂਗੇ। ਸੋ ਆਪਾਂ ਪਹਿਲਾਂ ਤਾਂ ਇੱਥੇ ਮਾਰਕ ਕਰ ਲਈਏ ਕਿ ਸੈਂਟਰ ਕਿਹੜਾ ਹੈ। ਠੀਕ ਹੈ, ਆਪਾਂ ਫਿਲਹਾਲ ਡਾਇਮੈਂਸ਼ਨ ਜੇ ਉਹ ਆਪਾਂ ਟੈਕਸਟ ਆਫ ਹੀ ਕਰ ਦਿੰਦੇ ਹਾਂ। ਸੋ ਇਹ ਮੇਰਾ ਸੈਂਟਰ ਪੁਆਇੰਟ ਹੋ ਗਿਆ। ਇਹਨੂੰ ਇਸ ਤਰੀਕੇ ਦੇਣ ਦੇ ਬਜਾਏ ਆਪਾਂ ਲਾਈਨ ਲਗਾ ਦਿੰਦੇ ਹਾਂ। और इस पासे मेरा ये डायमेंशन। सो इस तरीके ਨਾਲ ਸਾਡਾ ਇਹ ਸੈਂਟਰ ਲੋਕੇਟ ਹੋ ਗਿਆ AutoCAD ਦੇ ਵਿੱਚ। ਹੁਣ ਅਸੀਂ ਇਹਦੀ ਡਾਇਮੈਂਸ਼ਨਿੰਗ ਕਰਨੀ ਹੈ ਕਿ ਸੈਂਟਰ ਐਗਜ਼ੈਕਟ ਹੈ ਕਿੱਥੇ। ਸੋ ਆਪਾਂ ਕੀ ਕਰਾਂਗੇ, ਇੱਕ ਡਾਇਮੈਂਸ਼ਨ ਇਹਦੀ ਇਸ ਲਾਗੇ ਪਾਸੇ ਵਾਲੀ ਗ੍ਰਿਡ ਤੋਂ ਦੇ ਦਿੰਦੇ ਹਾਂ, that is 5 इंचेस। और इसी तरह इस ग्रिड तो एक डायमेंशन दे देंगे, that is 4 फीट 5 इंचेस। इसका मतलब है ये सेंटर लोकेट करना होवे तो आ जी ग्रिड लाइन साडे कोल बनी हुई है, इस तो 4 फुट 5 इंच इस पासे जावांगे आपां, और ये वाली जी ग्रिड लाइन है इस तो 5 इंच इस पासे आवांगे तो सानू एक सेंटर मिल जाएगा जिस तो आपां इहनूं ड्रॉ कर सकते हैं। ड्रॉ करने के लिए सानू रेडियस चाहिए, ਇਹਦਾ एक डायमेंशन रेडियस दे देंगे DRA क्वांट। ठीक है, सो रेडियस इज 4 फीट। सो इस तरीके नाल अपना ਇਹਦੀ ਡਾਇਮੈਂਸ਼ਨਿੰਗ ਸਾਡੇ ਕੋਲ ਹੋ ਗਈ ਪੂਰੀ। ਹੁਣ ਇਹ ਜਿਹੜੀ ਵਿੰਡੋਜ਼ ਹੈ ਇਹਦੀ ਪੋਜੀਸ਼ਨਿੰਗ ਸਾਨੂੰ ਪਤਾ ਹੋਣੀ ਚਾਹੀਦੀ ਹੈ। तो ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਕਿ ਜਿਹੜਾ ਇਹਨਾਂ ਦੇ ਡੋਰ ਵਿੰਡੋ ਸ਼ਡਿਊਲ ਤੋਂ ਡਾਇਮੈਂਸ਼ਨ ਆ ਜਾਣਗੀਆਂ, ਔਰ ਉਸ ਤੋਂ ਬਾਅਦ ਆਪਾਂ ਇਹ ਆਰਚ ਜਿਹੜੀਆਂ ਹੈਗੀਆਂ ਨੇ ਇਹਨਾਂ ਦੀ ਡਾਇਮੈਂਸ਼ਨਿੰਗ ਕਰ ਸਕਦੇ ਹਾਂ। ਸੋ DRA ਕਰੀਏ ਆਪਾਂ ਤਾਂ ਸੌਰੀ डी मार्क। ठीक है, सो एक डायमेंशन ये आ गई 4 फुट 9 इंच, और इसी तरह एक ये डायमेंशन आ गई। ਇਹਦੀ ਡਾਇਮੈਂਸ਼ਨ ਤੁਹਾਡੇ ਕੋਲ ਵਿੰਡੋ 'ਚ ਨਿਕਲ ਆ ਜਾਣੀ ਹੈ, ਔਰ ਲਾਸਟ ਹੈ ਇੱਕ ਇਸ ਤਰੀਕੇ ਇਹਦੀ ਡਾਇਮੈਂਸ਼ਨ। ਠੀਕ ਹੈ, ਜਾਂ ਆਪਾਂ ਇਹ ਵੀ ਕਰ ਸਕਦੇ ਕਿ ਇਕੁਅਲਾਈਜ਼ ਕਰ ਸਕਦੇ ਹਾਂ ਇਹਨੂੰ ਕਿ ਜਿਹੜੀ ਇਹ ਡਾਇਮੈਂਸ਼ਨ ਹੈ ਔਰ ਇਹ ਡਾਇਮੈਂਸ਼ਨ ਹੈ ਬਰਾਬਰ ਰੱਖਣੀ ਹੈ। ਤਾਂ ਇਹਦੇ ਵਿੱਚ ਜਾ ਕੇ ਇਹਨੂੰ ਟੈਕਸਟ ਨੂੰ ਓਵਰਰਾਈਡ ਕਰ ਦਿੰਦੇ ਹਾਂ, ਕੰਟਰੋਲ 1 ਪ੍ਰੋਪਰਟੀਜ਼ ਵਿੱਚ ਜਾ ਕੇ। टेक्स्ट ओवरराइड इतने आप लिख देंगे x। ठीक है, उसमें क्या हो जाएगा कि a और a डायमेंशन बराबर है, इक्वल है x। ठीक है, और सेम इस तरीके में भी कर सकते हैं। आई थिंक ये डिफरेंट है अपनी, तो इन्हें कर रहे हैं।
ਸੋ ਇਸ ਤਰੀਕੇ ਦੇ ਨਾਲ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਹੁਣ ਆਹ ਵਾਲੀ ਜਿਹੜੀ ਆਰਕ ਹੈ ਇਹ ਆਪਣੇ ਆਪ ਨਿਕਲ ਕੇ ਆ ਜਾਏਗੀ, ਕਿਉਂ? ਕਿਉਂਕਿ ਅਸੀਂ ਜਿਹੜੀ ਹੈ ਇਹਦੇ ਵਿੰਡੋ ਸਾਈਜ਼ ਸਾਡੇ ਕੋਲ ਅਵੇਲੇਬਲ ਨੇ, ਬਾਕੀ ਅਸੀਂ ਦੇ ਦਿੱਤੀਆਂ ਡਾਇਮੈਂਸ਼ਨ। ਠੀਕ ਹੈ, ਐਂਡ ਐਕਸ ਨੂੰ ਵੀ ਆਪਾਂ ਦੱਸ ਸਕਦੇ ਕਿ ਕਿੰਨੀ ਦੇਣੀ ਹੈ। ਇੱਕ ਸਾਡੇ ਕੋਲ ਇੱਕ ਆ ਡਾਇਮੈਂਸ਼ਨ ਰਹਿ ਗਈ ਕਿ ਓਪਨਿੰਗ ਕਿੰਨੀ ਸਾਈਜ਼ ਦੀ ਆਣੀ। ਠੀਕ ਹੈ, ਸੋ ਸੇਮ ਹੁਣ ਆਪਾਂ ਗੱਲ ਕਰੀਏ ਇਸ ਡਰਾਇੰਗ ਰੂਮ ਦੀ। ਇਹਦੇ ਵਿੱਚ ਇੱਥੋਂ ਲੈ ਕੇ ਇੱਥੇ ਤੱਕ ਦੀ ਡਾਇਮੈਂਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ, ਇਹ ਕਲੀਅਰ ਹੈ ਸਾਨੂੰ ਕਿ ਕਿੱਥੇ ਹੈ। ਹਾਂ, ਵਿੰਡੋ ਦੀ ਲੋਕੇਸ਼ਨ ਕਿੱਥੇ ਹੈ ਉਹ ਸਾਨੂੰ ਕਲੀਅਰ ਕਰਨੀ ਪੈਣੀ ਹੈ, ਚਾਹੇ ਇਸ ਪਾਸੋਂ ਡਾਇਮੈਂਸ਼ਨ ਦੇ ਦਿਓ ਇੱਕ, ਚਾਹੇ ਇਸ ਪਾਸੋਂ ਦੇ ਦਿਓ। ਆਪਾਂ ਲਾਗੇ ਵਾਲੇ ਪਾਸੋਂ ਦੀ ਸ਼ੁਰੂ ਕਰਦੇ ਹਾਂ ਤੇ ਇਹ ਡਾਇਮੈਂਸ਼ਨ ਦੇ ਨਾਲ ਸਾਡੇ ਕੋਲ ਕਲੈਰਿਟੀ ਆ ਜਾਂਦੀ ਕਿ 2 ਫੁੱਟ ਤੋਂ ਬਾਅਦ ਇੱਕ ਵਿੰਡੋ ਆ ਗਈ। ਵਿੰਡੋ ਦੀ ਜਿਹੜੀ ਡਾਇਮੈਂਸ਼ਨ ਆਪਾਂ ਡੋਰ ਵਿੰਡੋ ਸ਼ਡਿਊਲ ਚੋਂ ਲਵਾਂਗੇ, ਔਰ ਉਸ ਤੋਂ ਬਾਅਦ ਜਿਹੜੀ ਬਾਕੀ ਬਚੀ ਹੈ ਉਹ ਦੀਵਾਰ ਆ ਜਾਏਗੀ। ਠੀਕ ਹੈ, ਇਸ ਪਾਸੇ ਵੀ ਇਹੀ ਗੱਲ ਹੈਗੀ ਕਿ ਐਂਡ ਟੂ ਐਂਡ ਜਿਹੜੀ ਡਾਇਮੈਂਸ਼ਨ ਉਹ ਗ੍ਰਿਡ ਤੋਂ ਨਿਕਲ ਕੇ ਆ ਜਾਏਗੀ, ਔਰ ਅਸੀਂ ਸਿਰਫ ਅਗਰ ਇਹ ਡਾਇਮੈਂਸ਼ਨ ਦੇ ਦਈਏ ਤੇ ਸਾਡਾ ਸਰ ਜਾਏਗਾ। ਇਹ ਵਾਲੀ ਡਾਇਮੈਂਸ਼ਨ ਸਾਡੇ ਕੋਲ ਓਪਨਿੰਗ ਦੇ ਵਿੱਚੋਂ ਨਿਕਲ ਕੇ ਆ ਜਾਏਗੀ। ਠੀਕ ਹੈ, ਸੋ ਸਾਨੂੰ ਸਾਰਾ ਮਾਰਕ ਕਰਨਾ ਪੈਣਾ ਹੈ ਕਿ ਸ਼ਡਿਊਲ ਦੇ ਵਿੱਚ ਕਿ ਹਰੇਕ ਡੋਰ ਵਿੰਡੋ ਜਿਹੜਾ ਹੈ ਉਹਦਾ ਸਾਈਜ਼ ਕੀ ਹੈ, ਜਾਂ ਓਪਨਿੰਗ ਹੈ ਉਹਦਾ ਸਾਈਜ਼ ਕੀ ਹੈਗਾ। ਸਿਮਿਲਰਲੀ ਇਸ ਲੌਬੀ ਦੀ ਗੱਲ ਕਰੀਏ, ਇਸ ਲੌਬੀ 'ਚ ਆਹ ਡਾਇਮੈਂਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ, ਇੱਕ ਆਹ ਡਾਇਮੈਂਸ਼ਨ ਸਾਡੇ ਕੋਲ ਰਹਿ ਜਾਂਦੀ ਹੈ, ਸੋ ਆਪਾਂ ਇਹਦੀ ਇੱਕ ਡਾਇਮੈਂਸ਼ਨ ਦੇ ਦਿੰਦੇ ਹਾਂ। ਇਸੇ ਤਰ੍ਹਾਂ ਇਸ ਵਾਲੀ ਖਿੜਕੀ ਦੀ ਡਾਇਮੈਂਸ਼ਨ ਦੇਣੀ ਹੈ ਕਿ ਅਸੀਂ ਸਿਰਫ ਇੱਕ ਡਾਇਮੈਂਸ਼ਨ ਦੇਵਾਂਗੇ, ਉਹਨਾਂ ਸਾਡੇ ਕੋਲ ਵਿੰਡੋ ਦਾ ਸਾਈਜ਼, ਵਿੰਡੋ ਦੀ ਪੋਜੀਸ਼ਨਿੰਗ ਆ ਜਾਏਗੀ। ਉਸ ਤੋਂ ਬਾਅਦ ਜਿਹੜੀ ਬਾਕੀ ਬਚੀ ਹੈ ਡਾਇਮੈਂਸ਼ਨ, ਉਹ ਸਾਡੇ ਕੋਲ ਕਲੈਰਿਟੀ ਨਹੀਂ ਹੋ ਰਹੀ, ਆਪਾਂ ਨੂੰ ਫਿਰ ਇਹਦੀ ਡਾਇਮੈਂਸ਼ਨ ਵੀ ਦੇਣੀ ਪੈਣੀ। ਆਪਾਂ ਵਿੰਡੋ ਦੀ ਡਾਇਮੈਂਸ਼ਨ ਲਾ ਦਿੰਦੇ ਹਾਂ, ਸੋ ਇਹ ਸਾਡੀ ਡਾਇਮੈਂਸ਼ਨਿੰਗ ਇਹਦੇ ਵਿੱਚ ਕਲੀਅਰ ਹੋ ਜਾਂਦੀ ਹੈ। ਔਰ ਇਸੇ ਪਾਸੇ ਵੀ ਆਨੇ ਆ, ਸਾਡੇ ਕੋਲ ਪਹਿਲਾਂ ਡੋਰ ਵਿੰਡੋ ਸ਼ਡਿਊਲ 'ਚ ਡਾਇਮੈਂਸ਼ਨਿੰਗ ਆ ਗਈ, ਸਾਨੂੰ ਇਹ ਵਾਲੀ ਡਾਇਮੈਂਸ਼ਨ ਚਾਹੀਦੀ ਹੈ, ਸੋ ਇਹਦੀ ਆਪਾਂ ਡਾਇਮੈਂਸ਼ਨਿੰਗ ਕਰ ਦਾਂਗੇ। ਔਰ ਦੈਨ ਡੋਰ ਵਿੰਡੋ ਸ਼ਡਿਊਲ 'ਚ ਵਿੰਡੋ ਦੀ ਡਾਇਮੈਂਸ਼ਨ ਆ ਜਾਏਗੀ, ਦੈਨ ਇਹ ਜਿਹੜਾ ਬਾਕੀ ਰਿਮੇਨਿੰਗ ਪਾਰਟ ਹੋ ਜਾਏਗਾ। ਤੇ ਸਾਰੇ ਦੇ ਵਿੱਚ ਜਿਹੜਾ ਇਹ ਦੀਵਾਰ ਹੈ ਹਜੇ ਤੱਕ ਇਹਦੀ ਕਲੈਰਿਟੀ ਨਹੀਂ ਆਈ ਕਿ ਕਿੰਨੀ ਹਟ ਕੇ ਹੈ। ਸੋ ਅਸੀਂ ਕੀ ਕਰਾਂਗੇ, ਇਸ ਦੀਵਾਰ ਦੀ ਡਾਇਮੈਂਸ਼ਨ ਇਸ ਤਰੀਕੇ ਨਾਲ ਦੇ ਦਾਂਗੇ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਉਹ ਕਟ ਆਊਟ ਜਿਹੜਾ ਉਹ ਕਿਸ ਲੈਵਲ ਤੱਕ ਹੈ, ਕਿੰਨੀ ਦੂਰ ਜਾ ਕੇ। ਠੀਕ ਹੈ, ਸੋ ਇਸ ਤਰੀਕੇ ਨਾਲ ਆਪਾਂ ਡਾਇਮੈਂਸ਼ਨਿੰਗ ਕਰਨੀ ਹੈ, ਮਿਨੀਮਾਈਜ਼ ਡਾਇਮੈਂਸ਼ਨ ਕਰਨੀ ਹੈ, ਘੱਟ ਤੋਂ ਘੱਟ ਡਾਇਮੈਂਸ਼ਨਿੰਗ ਕਰਨੀ ਹੈ ਤਾਂ ਕਿ ਸਾਡੇ ਕੋਲ ਕਲੈਸ਼ ਆਫ ਡਾਇਮੈਂਸ਼ਨਸ ਨਾ ਹੋਵੇ। ਸਿਮਿਲਰਲੀ ਇਸ ਜਗ੍ਹਾ ਤੇ ਆ ਕੇ ਗੱਲ ਕਰੀਏ, ਇਹ ਓਪਨਿੰਗ ਸਾਈਜ਼ ਇੱਥੋਂ ਨਿਕਲ ਕੇ ਆਏਗਾ। ਠੀਕ ਹੈ, ਔਰ ਇਸ ਪਾਸੇ ਦੀਵਾਰ ਦੀ ਡਾਇਮੈਂਸ਼ਨਿੰਗ ਸਾਨੂੰ ਕਰਨੀ ਪਏਗੀ ਪਹਿਲਾਂ। ਠੀਕ ਹੈ, ਦੈਨ ਓਪਨਿੰਗ ਸਾਈਜ਼ ਦੇ ਵਿੱਚੋਂ ਆ ਜਾਏਗਾ, ਔਰ ਦੈਨ ਅਗੇਨ ਇੱਕ ਡਾਇਮੈਂਸ਼ਨ ਸਾਨੂੰ ਕਰਨੀ ਪੈਣੀ ਕਿਉਂਕਿ ਕੋਈ ਗ੍ਰਿਡ ਲਾਈਨ ਨਹੀਂ ਹੈਗੀ। ਠੀਕ ਹੈ, ਇਹ ਵੀ ਜੇ ਆਪਾਂ ਜੇ ਇੰਟਰਨਲ ਡਾਇਮੈਂਸ਼ਨ ਇਹਦੀ ਕਰ ਦਈਏ ਤਾਂ ਵੀ ਬੈਟਰ ਹੈ। ਇਸ ਤਰੀਕੇ ਨਾਲ ਆਪਾਂ ਇਹਦੀ ਇੰਟਰਨਲ ਡਾਇਮੈਂਸ਼ਨ ਕਰ ਦਈਏ कि 9 फीट है, और इस पास से भी डायमेंशन क्योंकि कई ग्रिड लाइंस पास हो रही हैं, तो आप अगर इस तरीके ਨਾਲ ਡਾਇਮੈਂਸ਼ਨ ਕਰ ਦਈਏ ਤਾਂ ਆਹ ਡਾਇਮੈਂਸ਼ਨ ਦੇਣ ਦੀ ਸਾਨੂੰ ਫਿਰ ਲੋੜ ਨਹੀਂ ਪਏਗੀ ਆਪਣੇ ਕਿ ਇਹਦੇ ਇੰਨੇ ਦੇ ਨਾਲ ਸਾਡੀ ਇਹਦੀ ਸਾਰੀ ਲੇਆਊਟ ਸਹੀ ਤਰੀਕੇ ਨਾਲ ਹੋ ਸਕਦਾ ਹੈ। ਇਸੇ ਤਰ੍ਹਾਂ ਇਹ ਛੋਟੀ ਜਿਹੀ ਦੀਵਾਰ ਹੈਗੀ ਹੈ, ਇਹਦੀ ਡਾਇਮੈਂਸ਼ਨਿੰਗ ਆਪਾਂ ਦੇ ਦਾਂਗੇ। ਦੈਨ ਇਹ ਵਾਲਾ ਜਿਹੜਾ ਕਟ ਆਊਟ ਹੈਗਾ ਜਿਹਦੇ ਵਿੱਚ ਸਟੇਅਰ ਕੇਸ ਹੈ, ਇਹਦੀ ਡਾਇਮੈਂਸ਼ਨਿੰਗ ਸਾਨੂੰ ਦੇਣੀ ਪੈਣੀ ਪੂਰੀ। ਸੋ ਇਹ ਆਪਾਂ ਡਾਇਮੈਂਸ਼ਨਿੰਗ ਪੂਰੀ ਦੇ ਦਾਂਗੇ 10 ਫੀਟ ਬਾਏ, ਠੀਕ ਹੈ, 10 ਫੀਟ ਬਾਏ 10 ਫੀਟ 3 ਇੰਚਜ਼ ਆ ਰਹੀ ਹੈ ਜਿੱਦਾਂ। ਸੋ ਇਹਦੇ ਵਿੱਚ ਇੱਕ ਹੋਰ ਧਿਆਨ ਰੱਖਣਾ ਕਿ ਆਪਾਂ ਇੱਕ ਜਦੋਂ ਵੀ ਡਾਇਮੈਂਸ਼ਨ ਵਰਕਿੰਗ ਡਰਾਇੰਗ ਸਾਈਟ ਤੇ ਭੇਜਦੇ ਹਾਂ, ਸਾਈਟ ਤੇ ਇੱਕ ਨੋਟਸ ਲਿਖੇ ਹੁੰਦੇ ਨੇ, ਉਹਦੇ ਵਿੱਚ ਲਿਖਿਆ ਹੁੰਦਾ ਹੈ dimensions, all dimensions are to be read and not to be scaled। ਠੀਕ ਹੈ, ਸੋ ਜਿਹੜੀਆਂ ਡਾਇਮੈਂਸ਼ਨਸ ਅਸੀਂ ਲਿਖਾਂਗੇ ਉਹੀ ਮੰਨੀਆਂ ਜਾਣਗੀਆਂ। ਸੋ ਕੋਈ ਸਕੇਲ ਨਹੀਂ ਇਹਨੂੰ ਕਰੇਗਾ ਕਿ ਜੀ ਇਸ ਸਕੇਲ ਦੇ ਉੱਤੇ ਹੈਗਾ ਅਵੇਲੇਬਲ ਤੇ ਆਪਾਂ ਮੇਜਰ ਕਰ ਲਈਏ।
तो ਜਿਹੜੀਆਂ ਰਿਟਨ ਡਾਇਮੈਂਸ਼ਨ ਹੈ ਉਹਨਾਂ ਨੂੰ ਫੋਲੋ ਕਰਨਾ ਪਏਗਾ। ਸੋ ਆਪਾਂ ਰਿਟਨ ਡਾਇਮੈਂਸ਼ਨ ਇਹਦੇ ਵਿੱਚ ਦੇ ਰਹੇ ਹਾਂ, ਠੀਕ ਹੈ। ਸਿਮਿਲਰਲੀ ਹੁਣ ਆਹ ਲਾਈਨ ਆ ਗਈ, ਇਹਦੇ ਵਿੱਚ ਆਪਾਂ ਜੇ ਇਸ ਜਗ੍ਹਾ ਦੀ ਗੱਲ ਕਰੀਏ ਤਾਂ ਇਹਦੀ ਵਿਡਥ ਸਾਡੇ ਕੋਲ ਇਹਦੇ ਵਿੱਚ ਕਲੀਅਰ ਹੋ ਕੇ ਆ ਗਈ ਹੈ, ਔਰ ਇਹਦੀ ਵਿਡਥ ਸਾਡੇ ਕੋਲ ਕਲੀਅਰ ਹੋਈ ਹੈ ਇਹ ਪਲੱਸ ਵਿੰਡੋ ਪਲੱਸ ਦਿਸ ਡਾਇਮੈਂਸ਼ਨ। ਸੋ ਇਹ ਆਪਣੇ ਕੋਲ ਕਲੀਅਰ ਹੋ ਕੇ ਆ ਗਈ। ਔਰ ਉਸ ਤੋਂ ਬਾਅਦ ਸਾਡੇ ਕੋਲ ਇਹ ਕਲੈਰਿਟੀ ਆਉਣ ਦੇ ਲਈ ਸਾਨੂੰ ਇਹ ਵਾਲ ਦੀ ਆਪਾਂ ਲੇਆਊਟ ਸਹੀ ਤਰੀਕੇ ਨਾਲ ਕਰ ਲਿਆ ਕਿ ਇੱਥੋਂ ਇੰਨੀ ਹਟ ਕੇ ਹੈ। ਸੋ ਉਸ ਤੋਂ ਬਾਅਦ ਇਹਦੀ ਸੈਂਟਰ ਲਾਈਨ ਦੇ ਹਿਸਾਬ ਨਾਲ ਇਹ ਵੀ ਸਾਡੇ ਕੋਲ ਕਲੈਰਿਟੀ, ਇਹਦੀ ਡਾਇਮੈਂਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਬਟ ਇਹ ਡਾਇਮੈਂਸ਼ਨ ਸਾਨੂੰ ਇਸ ਤੋਂ ਬਾਅਦ ਜਿਹੜੀ ਹੈ ਇਹ ਦੇਣੀ ਜ਼ਰੂਰੀ ਪਏਗੀ ਇਹਦੇ ਵਿੱਚ। ਔਰ ਆਈ ਥਿੰਕ ਇਹ ਵੀ ਕਲੀਅਰ ਹੋ ਜਾਏਗੀ ਅਗਰ ਇਸ ਦੀਵਾਰ ਤੋਂ ਦੇਖੀਏ ਕਿ ਕਿੰਨਾ ਹਟ ਕੇ ਡੋਰ ਹੈ, ਔਰ ਦੈਨ ਇਹ ਡਾਇਮੈਂਸ਼ਨ ਆ ਜਾਏਗੀ, ਠੀਕ ਹੈ। ਸੋ ਇਸ ਤਰੀਕੇ ਨਾਲ ਆਪਾਂ ਕੀ ਕਰ ਰਹੇ ਹਾਂ, ਮਿਨੀਮਮ ਡਾਇਮੈਂਸ਼ਨਸ ਨੂੰ ਅਪਲਾਈ ਕਰ ਰਹੇ ਹਾਂ ਤਾਂ ਕਿ ਸਾਡੇ ਕੋਲ ਸਾਡੀ ਡਰਾਇੰਗ ਵੀ ਠੀਕ ਲੱਗੇ, ਕਲੈਰਿਟੀ ਹੋਵੇ, ਔਰ ਸਾਈਟ ਦੇ ਵਿੱਚ ਵੀ ਕੋਈ ਜ਼ਿਆਦਾ ਦਿੱਕਤ ਨਾ ਆਵੇ, ਕਲੈਸ਼ ਆਫ ਡਾਇਮੈਂਸ਼ਨਸ ਨਾ ਹੋਵੇ, ਠੀਕ ਹੈ। ਅੱਛਾ, ਹੁਣ ਆਪਾਂ ਜੇ ਗੱਲ ਕਰੀਏ ਡੋਰ ਵਿੰਡੋ ਸ਼ਡਿਊਲ ਦੀ, ਤਾਂ ਆਪਾਂ ਉਹਦੇ ਲਈ ਇੱਕ ਲੇਅਰ ਬਣਾ ਲੈਂਦੇ ਹਾਂ। ਆਈ ਥਿੰਕ ਇਹਦੇ ਵਿੱਚ ਹੈਗੀ ਹੈ ਡੋਰ ਵਿੰਡੋ ਟੈਕਸਟ, ਠੀਕ ਹੈ। ਸੋ ਆਪਾਂ ਇਹਦੇ ਵਿੱਚ ਇੱਕ ਡੋਰ ਵਿੰਡੋ ਟੈਕਸਟ ਦਾ ਮੈਂ ਇੱਕ ਬਲੌਕ ਬਣਾਇਆ ਹੈ, ਆਪਾਂ ਉਹਨੂੰ ਯੂਜ਼ ਕਰ ਲੈਂਦੇ ਹਾਂ। ਫॉर एग्जांपल ਇਹਨੂੰ ਆਪਾਂ ਲਿਖੀਏ ਕਿ ਦਿਸ ਇਜ਼ ਡੋਰ ਵਿੰਡੋ, ਠੀਕ ਹੈ। ਇਹਨੂੰ DW1 ਕਰ ਦਿੰਦੇ ਆਪਾਂ, ਡੋਰ ਵਿੰਡੋ 1, ਕਿਉਂਕਿ ਇੱਥੇ ਡੋਰ ਵੀ ਹੈ ਵਿੰਡੋ ਵੀ ਹੈ, ਠੀਕ ਹੈ। ਦੈਨ ਅਸੀਂ ਆ ਗੱਲ ਕਰੀਏ ਜੇ ਆਹ ਵਿੰਡੋਜ਼ ਦੀ ਆਪਾਂ ਗੱਲ ਕਰੀਏ, ਇਹਨਾਂ ਸਾਰਿਆਂ ਨੂੰ ਇੱਕ ਵਿੰਡੋ ਮੰਨ ਲੈਂਦੇ ਹਾਂ, ਸੇ W1। ये भी W1 है, ये भी मेरी सेम है, ये भी सेम है, तीनों सेम है, तो ये W1 हो गया सारी। दैन उस तो बाद ਜਿਹੜੀ ਇੱਥੇ ਦੀ ਡਰਾਇੰਗ ਰੂਮ ਦੀ ਵਿੰਡੋ ਹੈਗੀ ਹੈ, ਇਹਨੂੰ ਆਪਾਂ W2 ਦੇ ਦਿੰਦੇ ਹਾਂ। ਦੈਨ ਅਸੀਂ ਗੱਲ ਕਰੀਏ ਆਹ ਵਾਲੀ ਓਪਨਿੰਗ ਹੈ, ਇਹਨੂੰ ਆਪਾਂ ਨਾਮ ਦੇ ਦਿੰਦੇ ਹਾਂ O1, ਠੀਕ ਹੈ। ਓਪਨਿੰਗ ਮਤਲਬ ਜਿਹਦੇ ਵਿੱਚ ਸਿਰਫ ਓਪਨਿੰਗ ਹੈ, ਕੋਈ ਡੋਰ ਜਾਂ ਵਿੰਡੋ ਨਹੀਂ ਹੈਗਾ, ਬਟ ਉੱਥੇ ਇੱਕ ਓਪਨਿੰਗ ਅਵੇਲੇਬਲ ਹੈਗੀ ਹੈ ਸਾਡੇ ਕੋਲ, ਇਹਦੀ ਵੀ ਸਾਨੂੰ ਲੈਂਥ ਔਰ ਹਾਈਟ ਚਾਹੀਦੀ ਹੁੰਦੀ ਹੈ। ਦੈਨ ਆਪਾਂ ਜੇ ਗੱਲ ਕਰੀਏ ਡੋਰਸ ਦੀ, ਤਾਂ ਆਪਾਂ ਜਿਹੜੇ ਸਾਰੇ ਟਾਇਲਟ ਦੇ ਡੋਰ ਹੈ ਇਹਨਾਂ ਨੂੰ ਆਪਾਂ ਸੇ D1 ਕਰ ਦਿੰਦੇ ਹਾਂ। D1 ਵੀ ਕਰਦੇ ਹਾਂ, ਔਰ ਪਲੱਸ ਸਾਨੂੰ ਇਹ ਵੀ ਦੇਖਣਾ ਪੈਣਾ ਕਿ ਉਹਦਾ ਮਿਰਰ ਤਾਂ ਨਹੀਂ ਹੈ, ਜਿੱਦਾਂ ਇਹ ਦਰਵਾਜ਼ਾ ਰਾਈਟ ਹੈਂਡ ਸਾਈਡ ਨੂੰ ਖੋਲਿਆ, ਲੈਫਟ ਹੈਂਡ ਸਾਈਡ ਨੂੰ ਖੋਲਿਆ। ਸੋ ਆਪਾਂ ਜਦੋਂ ਇਹਨੂੰ D1 ਦੇਵਾਂਗੇ ਡਾਇਮੈਂਸ਼ਨ, ਇਹਦੀ ਨੰਬਰਿੰਗ ਕਰਾਂਗੇ, ਲੇਬਲਿੰਗ ਕਰਾਂਗੇ, ਆਪਾਂ ਇਹਨੂੰ D1 ਡੈਸ਼ ਦੇ ਦਿੰਦੇ ਹਾਂ, ਠੀਕ ਹੈ। ਉਹਦੇ ਨਾਲ ਥੋੜੀ ਹੋਰ ਕਲੈਰਿਟੀ ਹੋ ਜਾਂਦੀ ਹੈ ਕਿ ਕੋਈ ਡਿਜ਼ਾਈਨ ਸਾਡੇ ਕੋਲ ਇਦਾਂ ਦਾ ਹੋਵੇ ਜਿਹਦੇ ਵਿੱਚ ਮੰਨ ਲਓ ਆਪਾਂ ਮਿਰਰ ਨੂੰ ਯੂਜ਼ ਕਰਨਾ ਹੈ, ਸੋ ਸਾਡਾ ਸਹੀ ਤਰੀਕੇ ਨਾਲ ਯੂਜ਼ ਹੋ ਸਕਦਾ ਹੈ। ਦੈਨ ਇਸ ਤੋਂ ਬਾਅਦ ਇਹ ਵਾਲੀ ਓਪਨਿੰਗ ਆ ਗਈ, ਆਪਾਂ ਇਹਦਾ ਵੀ O2 ਦੇ ਦਿੰਦੇ ਹਾਂ ਡੋਰ ਵਿੰਡੋ ਸ਼ਡਿਊਲ ਦੇ ਵਿੱਚ ਨਾਮ। ਦੈਨ W2 ਤੋਂ ਬਾਅਦ ਆਪਾਂ ਨੈਕਸਟ ਜਿਹੜੀ ਵਿੰਡੋ ਹੈ ਸੇ ਇੱਥੇ ਹੀ ਆ ਰਹੀ ਹੈ, ਇਹਨੂੰ W3 ਦੇ ਦਿੰਦੇ ਹਾਂ। ਕੋਈ ਵਿੰਡੋ ਸਾਡੀਆਂ ਸੇਮ ਵੀ ਹੋ ਸਕਦੀਆਂ ਔਰ ਅਲੱਗ ਵੀ ਹੋ ਸਕਦੀਆਂ, ਸੋ ਇਹਨੂੰ ਆਪਾਂ W4 ਦੇ ਦਿੰਦੇ ਹਾਂ। और आई थिंक ये भी अलग हैगी है डायमेंशन, सो से चेक करते हैं। ये 5 फीट 3 इंचेस वाइड है, ये 5 फीट वाइड है, 4 फीट वाइड है, और ये मेरी 5 फीट 3 इंचेस वाइड है। मैं इनू
ਚਾਹਾਂ ਤਾਂ ਇਹਦੇ ਨਾਲ ਮੈਚ ਕਰ ਸਕਦਾ ਹਾਂ W3 ਦੇ ਨਾਲ, ਅਗਰ ਮੈਂ ਇਹਦੀ 3 ਇੰਚ ਡਾਇਮੈਂਸ਼ਨ ਹੋਰ ਐਡਜਸਟ ਕਰ ਦਵਾਂ। अगर नहीं करनी है तो देन आप नेक्स्ट अगली विंडो बना लेने हैं W5। देन इस तो बाद विंडो आ गई जी बैडरूम दी 5 फीट 9 इंचज है, सो आप W6 कर देंगे। दैन डोर आप देखिए तो जोड़े टॉयलेट के डोर है D1 एंड D1 डैश है, अगर लैफ्ट हैंड साइड है सो आप जे भी कोई अपना लैफ्ट हैंड साइड खुला डोर जिदा जे लैफ्ट हैंड साइड खुला है D1 डैश आ जाएगा। और बस आई थिंक यही है। और जो डोर की गल करिए बाकी वो सारे डोर्स में आप एक डायमेंशन दे देंगे, से एक नंबरिंग दे देंगे से D2। ठीक है, D2 मेरा कितना फीट वाइड है 3.5 फीट है। सो अगर राइट हैंड साइड में खुल लिया तो D2 है, अगर कोई लेफ्ट हैंड साइड में खुल लिया उन्हें डैश कर देंगे। ठीक है, ये उल्टा खुल लिया D2 डैश हो गया। और जो मेन डोर है चेक कर लिए 3 फीट 6 इंच है, इन्हें आप D2 डैश लिख देंगे। कॉर्नर विंडो जी है उन्होंने W7 कर देंगे। इस तो अलावा ओपनिंग एक वाली ओपनिंग रहेगी, आप एक ओपनिंग का नाम दे देंगे O3। और एक दरवाजा आ गया साढ़े को स्टोर का, ये 3 फीट वाइड है। सो अपन एक और न्यू डायमेंशन करनी पड़ी है, लेबलिंग करनी पड़ी है, D3 कर देंगे आप। सो आप डोर विंडो सारे जड़े है उन्होंने लेबलिंग कर दी इस तरीके नाल। सो अपना एक भी पार्ट खत्म हो जाता। और दैन असी करते हैं लैवल्स की गल करिए। ठीक है, सो ये रोड है, एक रोड का लैवल दे देना असी, एक साइनेज में बनाया हुआ है, ब्लॉक इन्हों बनाता है, ये लिए अलग लेयर भी बना ली है, लैवल्स नाम देता है इसका। सो ये ग्राउंड जड़ा रोड लैवल है उन्होंने 0 प्लस मैंने 0 कर दिता। दैन आप जिथे पोर्च में आ जाने से आप 1 फुट 6 इंच लैवल पर आ जाने। मान लो उस तो बाद रैंप तो बाद आप मान लो जिथे अपना दरवाज़ा है इतने तक आना है, तो इस तो पहला आप से होर 3 इंच की स्लोप दे दें ताकि पानी साडा ड्रेन आउट हो जाए, से 1 फीट 9 इंचज़ कर दें। और दैन असी जिहड़ा पहला स्टैप है वो 6 इंच पा के सो आप इनू 2 फीट 3 इंचज़ कर दें, क्योंकि इतने मैं एक स्टैप दिता हुआ है। ठीक है, सो 2 फीट 3 इंचज़ का लैवल आ गया इस जगह पर आके। ठीक है, हुण इस तो बाद आप अंदर का जिहड़ा लैवल है वो चेंज करना है या कोई एक अद्धा इंच का फर्क पाना है तो ठीक है, नहीं तो अदरवाइज इनू अंदर वाला लैवल भी जिहड़ा उन्होंने 2 फीट 3 इंचज़ ही रहने दो, ताकि साडा जिहड़ा प्लिंथ लैवल है सारा वो 2 फीट 3 इंचज़ आ जाए। सो ये 2 फीट 3 इंचज़ आ रहा है, इस तो बाद बाहर निकलने इत्थे लैवल चेंज होएगा साडा। सो ਇਹਦਾ मतलब सानू इत्थे कोई ना कोई स्टैप चाहिए। सो आप इत्थे एक स्टैप ड्रॉ कर लेने मान लो। ताकि एटलीस्ट 6 इंच डाउन तो होवे। सो आप इन्हू 6 इंच डाउन कर लेने। सो इन्हू 1 फीट 9 इंचज़ का लैवल दे देंगे। सो इस तरीके नाल साडे सारा लैवल जिहड़ा है वो रिटन फॉर्मेट दे विच आ गया कि जिहड़े फ्लोर लैवल्स होंगे किस किस लैवल दे होंगे। ठीक है, किचन का लैवल थोड़ा जिहा डाउन हुंदा है,
ਜਿੱਥੇ ਥੋੜਾ ਜਿਹਾ ਲੈਵਲ ਡਾਊਨ ਹੋਵੇ ਜਾਂ ਟਾਇਲਟਸ ਦਾ ਥੋੜਾ ਵੀ ਲੈਵਲ ਡਾਊਨ ਹੋਵੇ, ਉੱਥੇ ਅਸੀਂ ਕੀ ਕਰਦੇ ਹਾਂ, ਇੱਕ ਸਿੰਬਲ ਯੂਜ਼ ਕਰਦੇ ਹਾਂ ਜਿਸ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਸ਼ੋ ਕਰਦੇ ਹਾਂ। ਸੋ ਇਸ ਦਾ ਮਤਲਬ ਹੈ ਲੈਵਲ ਡਾਊਨ। ਠੀਕ ਹੈ, ਆਪਾਂ ਇੱਥੇ ਲਿਖ ਲਾਂਗੇ ਕਿ ਸੇ 0.25 mm ਡ੍ਰੌਪ। ਠੀਕ ਹੈ, ਫਲੋ ਡ੍ਰੌਪ ਹੈ। ਸੋ ਇਸ ਤਰੀਕੇ ਨਾਲ ਇਦਾਂ ਸਾਰੇ ਟॉयलेट्स ਦੇ ਵਿੱਚ ਵੀ ਆਪਾਂ ਇਹ ਚੀਜ਼ ਸ਼ੋ ਕਰ ਸਕਦੇ ਹਾਂ ਕਿ ਲੈਵਲ ਡ੍ਰੌਪ ਹੈਗਾ ਸਾਡੇ। ਠੀਕ ਹੈ, ਔਰ ਲੈਵਲਸ ਵੀ ਹੋ ਗਏ, ਡਾਇਮੈਂਸ਼ਨਿੰਗ ਵੀ ਤੁਹਾਨੂੰ ਦੱਸ ਦਿੱਤੀ ਹੈ ਕਿੱਦਾਂ ਕਰਨੀ ਹੈ, ਡੋਰ ਵਿੰਡੋ ਸ਼ਡਿਊਲ ਵੀ ਇਹਦੇ ਵਿੱਚ ਕਲੀਅਰ ਹੋ ਗਿਆ ਸਾਰਾ ਕਿ ਕਿਸ ਤਰੀਕੇ ਨਾਲ ਆਏਗਾ। ਹੁਣ ਇੱਕ ਆਪਾਂ ਸਿਰਫ ਇੱਕ ਡੋਰ ਵਿੰਡੋ ਸ਼ਡਿਊਲ ਬਣਾਉਣਾ ਕਿਸ ਤਰੀਕੇ ਨਾਲ ਹੈ, ਉਹਨੂੰ ਆਪਾਂ ਥੋੜਾ ਜਿਹਾ ਦੇਖ ਲੈਂਦੇ ਹਾਂ। ਸੋ ਉਹਦੇ ਲਈ ਆਪਾਂ ਇੱਕ ਟੇਬਲ ਬਣਾਉਂਦੇ ਹਾਂ। पहला आ जाएगा सीरियल नंबर और देन आ जाएगा नेम, देन आ जाएगा ਉਹਦੀ डायमेंशनिंग या विड्थ, एक लेंथ का आ गया, एक विड्थ का आ गया, और देन एक नंबर्स का आ गया। और चलो देखने में आगे नेम आ गया, विड्थ एंड हाइट, विड्थ हाइट में आप आगे ला जाएंगे। और एक आ जाएगा ਇਹਦੇ ਵਿੱਚ ਨੰਬਰਸ, मतलब ਕਿਹੜਾ ਡੋਰ ਹੈ ਉਹਦੇ ਕਿੰਨੇ ਨੰਬਰਸ ਹੈਗੇ ਨੇ। ਜਿੱਦਾਂ ਆਪਾਂ D1 ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਸਾਡੇ ਕੋਲ ਮਿਰਰ ਵੀ ਹੈਗੇ ਨੇ D1 D1 ਡੈਸ਼। तो D1 ਕਿੰਨੇ ਨੇ ਸਾਡੇ ਕੋਲ, ਆਪਾਂ ਗਿਣ ਸਕਦੇ ਹਾਂ 1 2 ਠੀਕ ਹੈ 3। तो 3 D1 ਸਾਨੂੰ ਚਾਹੀਦੇ ਰਿਕੁਆਇਰਡ ਹੈਗੇ, ਤਾਂ ਆਪਾਂ ਉਸ ਤਰੀਕੇ ਨਾਲ ਇਹਦੇ ਨੰਬਰਸ ਵੀ ਲਿਖ ਦਾਂਗੇ ਨਾਲ ਹੀ। और एक ਆਪਾਂ ਲਾਸਟ ਵਿੱਚ ਕਰ ਦਿੰਦੇ ਹਾਂ ਰਿਮਾਰਕਸ। और होर भी कुछ चाहिए होगा आप ਇਹਦੇ ਚ ਐਡ ਕਰ ਲਾਂਗੇ। सो ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਕਰਦੇ ਹਾਂ ਫਸਟ ਸੀਰੀਅਲ ਨੰਬਰ 1, ਇਹਦੇ ਵਿੱਚ ਆਪਾਂ ਪਹਿਲਾਂ ਦਿੰਦੇ ਹਾਂ ਸੇ D1 ਸਾਨੂੰ ਕਿੰਨੇ ਰਿਕੁਆਇਰਡ ਹੈਗੇ ਨੇ। D1 1 हो गया, D1 डैश हो गया, और देन ठीक है एक D1 चाहिए ਸਾਨੂੰ। तो ਆਪਾਂ ਇੱਥੇ ਕੋਮਾ ਪਾ ਦਿੰਦੇ D1 ਡੈਸ਼ ਨਾਲ ਹੀ ਲਿਖ ਦਿੰਦੇ ਹਾਂ। ਦੋ ਚਾਹੀਦੇ ਨੇ। ਠੀਕ ਹੈ, ਇਹਦੀ ਵਿਡਥ ਕਿੰਨੀ ਹੈ ਉਹ ਆਪਾਂ ਚਲੋ ਇਹਦੇ ਵਿੱਚ ਦੇਖ ਲੈਂਦੇ ਇੱਕ ਵਾਰੀ।
इट इज 30 इंचेस या 2 फीट 6 इंचेस है और इसकी हाइट जी है वो आप 7 फुट रखेंगे। विड्थ इज 2 फीट 6 इंचेस और हाइट जी है वो 7 फीट है। ठीक है, रिमार्क्स लिख दो कि D1 डैश इज ਸੋ ਅਦਰਵਾਈਜ਼ ਕੀ ਹੈ ਇਹਦੇ ਵਿੱਚ ਕੀ ਕੈਲਕੂਲੇਸ਼ਨ ਜਦੋਂ ਕਰਾਂਗੇ ਤਾਂ ਆਪਾਂ ਸਾਨੂੰ ਕਲੈਰਿਟੀ ਹੈ ਕਿ 7 ਫੁੱਟ ਬਾਏ 2.5 ਫੁੱਟ ਦੇ ਦੋ ਦਰਵਾਜ਼ੇ ਬਣਾਉਣੇ ਆ। ਬਟ ਜਦੋਂ ਆਪਾਂ ਇਹਦਾ ਜਿਹੜੇ ਫਰੇਮ ਬਣਾਵਾਂਗੇ ਉਹਦੇ ਵਿੱਚ ਤਾਂ ਸਾਨੂੰ ਕਲੈਰਿਟੀ ਹੈਗੀ ਹੈ। ਬਟ ਜਦੋਂ ਆਪਾਂ ਇਹਦਾ ਡੋਰ ਬਣਾਉਂਦੇ ਆ ਉਹਦੇ ਵਿੱਚ ਕੀ ਹੋਏਗਾ, ਲੈਫਟ ਹੈਂਡ ਸਾਈਡ ਵਾਲਾ ਜਿਹੜਾ ਡੋਰ ਹੋਏਗਾ ਤੇ ਰਾਈਟ ਹੈਂਡ ਸਾਈਡ ਵਾਲਾ ਡੋਰ ਹੋਏਗਾ ਉਹਦੀ ਐਕਸੈਸਰੀਜ਼ ਉਲਟੇ ਪਾਸੇ ਲੱਗਣਗੀਆਂ। ਠੀਕ ਹੈ, ਉਹਦਾ ਦਰਵਾਜ਼ਾ ਜਿਹੜਾ ਰਾਈਟ ਹੈਂਡ ਸਾਈਡ ਖੁੱਲਦਾ ਹੈ ਉਹਦਾ ਐਕਸੈਸਰੀ ਲੈਫਟ ਹੈਂਡ ਸਾਈਡ ਲੱਗੇਗੀ। ਸੋ ਬਜਾਏ ਕਿ ਉਹ ਦੋਨੋਂ ਹੀ ਦਰਵਾਜ਼ੇ ਸੇਮ ਨਾ ਬਣ ਜਾਣ, ਸੋ ਆਪਾਂ ਇੱਕ ਇਹਦੇ ਵਿੱਚ ਰਿਮਾਰਕਸ ਵਿੱਚ ਇਹਨੂੰ ਐਡ ਕਰ ਦਿੰਦੇ ਹਾਂ। ਠੀਕ ਹੈ, ਸੋ ਇਹ ਇੱਕ ਤਰੀਕਾ ਹੈ ਜਿਹਦੇ ਨਾਲ ਆਪਾਂ ਡੋਰ ਵਿੰਡੋ ਸ਼ਡਿਊਲ ਬਣਾਵਾਂਗੇ। ਇਸੇ ਤਰ੍ਹਾਂ ਆਪਾਂ ਇੱਕ ਕੋਈ ਵਿੰਡੋ ਦੀ ਵੀ ਦੇਖ ਲੈਂਦੇ ਕਿ ਵਿੰਡੋ ਜੇ ਕਰਨੀ ਹੋਵੇ ਤਾਂ ਉਹਦਾ ਕੀ ਕਰਾਂਗੇ ਆਪਾਂ। ਸੈਕੰਡ ਪੁਆਇੰਟ ਵੀ ਸਾਡਾ ਡੋਰ ਦਾ ਹੋ ਜਾਏਗਾ। ਇਹ 'ਚ ਆਪਾਂ D2 ਕਰਨਾ ਹੈ। ਦੈਨ ਇਹਦੇ ਨੰਬਰ ਸਾਨੂੰ ਜੇ ਆਪਾਂ ਕਾਊਂਟ ਕਰੀਏ ਇਹਨੂੰ ਇੱਥੇ ਟ੍ਰਾਂਸਫਰ ਕਰ ਲਈਏ। D2 काउंट करिए तो ਆਪਾਂ ਇੱਕ ਇਹ ਹੋ ਗਿਆ ਕਾਬਲ ਕਲੈਰਿਟੀ ਨਹੀਂ ਹੈ ਸਾਡੇ ਕੋਲ ਦਰਵਾਜ਼ਾ ਜਿਹੜਾ ਇਹ ਸਾਡੇ ਦਿਨ ਬੇਟੇ ਨੂੰ ਵੀ D2 ਕਰ ਸਕਦੇ ਆਪਾਂ। ਸੋ D2 1 2 और 2 D2 डैश है और एक ये भी है दो, ये भी D2 हो जाएगा। D2 3 चाहिए, D2 डैश 2 चाहिए। सो आप दोनों एंट्री कर दें D2 D2 डैश और इतने आप लिख देंगे 2 + 3 सॉरी 3 + 2 और यदि जी विड्थ है वो 3.5 फीट है और यदि जी हाइट है 7 फुट है और इतने आप D2 डैश इज मिरर ऑफ D2। ठीक है, सो इस तरीके आप यदि सारा जो डोर विंडो शेड्यूल है वो कवर करा। दैन असी इनू सारा लेबल करा सारा और इनू एक शीट फॉर्मेट लैके इन्हें प्रिंट आउट करा। ठीक है, सो इनू भी तुसी अपना थोड़ा जा देखो ग्राउंड फ्लोर की वर्किंग लाइन आप कंप्लीट करिए। आई थिंक ये क्लैरिटी हो जाती है कि कर रहे हैं सारे आप किया भी होया है। बस आप एक थोड़ा मोडिफाइड वर्जन ज़्यादा बैटर तरीके एक ऐड से कर रहे हैं तो इन लेयर्स आप